ਛਤਰ ਚਵਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ, ਖਲਕਤ ਨੂੰ ਸੱਚ ਦਾ ਪੈਗਾਮ ਦੇਣ ਵਾਲੇ, ਦੁਨੀਆ ਦੇ ਸਾਂਝੇ ਪੈਗੰਬਰ, ਦੀਨ ਅਤੇ ਦੁਨੀਆ ਦੇ ਮਾਲਕ, ਇਸ ਅਗਿਆਨਤਾ ਦੇ ਹਨੇਰੇ ਦੇ ਵਿੱਚ ਗਿਆਨ ਦਾ ਚਿਰਾਗ ਰੌਸ਼ਨ ਕਰਨ ਵਾਲੇ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਗੁਰਗੱਦੀ ਪਰ ਸ਼ੋਭਾਏਮਾਨ ਐਸੇ ਦੀਨ ਦਇਆਲ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਆਪ ਸਰਬੱਤ ਸੰਗਤ ਮਾਈ ਭਾਈ ਗੁਰੂ ਖਾਲਸਾ ਜੀ ਸੱਜ ਬੈਠੇ ਹੋ। ਵੱਡੇ ਭਾਗ ਹਨ ਸਾਡੇ ਕਿ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਕਦਮ ਛੋਹ, ਚਰਨ ਛੋਹ ਇਸ ਹਰ ਜ਼ਮੀਨ ਦੇ ਉੱਪਰ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਮਿਲਿਆ ਹੈ। ਅੱਜ ਕੁੱਲ ਆਲਮ, ਸਾਰੀ ਖਲਕਤ, ਵਿਸ਼ਵ ਭਰ ਦੀ ਸੰਗਤ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ, ਚਾਉ ਅਤੇ ਵਿਸ਼ੇਸ਼ ਉਪਰਾਲਿਆਂ ਦੇ ਨਾਲ ਸਮੁੱਚਾ ਸਿੱਖ ਜਗਤ ਕਰ ਰਿਹਾ ਹੈ। ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਕੁੱਲ ਖਲਕਤ ਦੇ ਵਿੱਚ ਮਨਾਇਆ ਜਾ ਰਿਹਾ ਹੈ। ਵਡਭਾਗੇ ਹਾਂ ਜੋ ਸਾਨੂੰ ਇਸ ਅਸਥਾਨ ਉੱਪਰ ਆ ਕੇ ਗੁਰੂ ਕੀ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੋ ਸਤ ਸੰਗੀ ਜਨੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਪਰਥਾਏ ਭਾਈ ਗੁਰਦਾਸ ਜੀ ਦਾ ਫਰਮਾਨ ਹੈ। ਉਹ ਕਹਿਣ ਲੱਗੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ, ਜਗ ਮਾਹੇ ਪਠਾਇਆ। ਇਸ ਖਲਕਤ ਦੀਆਂ ਧਾਹਾਂ ਸੁਣ ਕੇ, ਇਸ ਦੁਖੀ ਹੋਈ ਦੁਨੀਆ ਦੀ ਬੇਨਤੀ ਤੇ ਅਰਜ਼ ਸੁਣ ਕੇ ਉਸ ਪ੍ਰਭੂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਪਦੀ ਹੋਈ ਧਰਤ ਨੂੰ ਠੰਡਿਆਂ ਕਰਨ ਦੇ ਲਈ ਭੇਜਿਆ। ਉਹਨਾਂ ਦੇ ਮੁਬਾਰਕ ਬੋਲ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਨੋ ਇਸ ਪ੍ਰਿਥਵੀ ਦੇ ਉੱਪਰ, ਇਸ ਸ੍ਰਿਸ਼ਟੀ ਦੇ ਉੱਪਰ ਇੱਕ ਸੂਰਜ ਦੀ ਤਰ੍ਹਾਂ ਪ੍ਰਗਟ ਹੋਏ। ਸੂਰਜ ਦੇ ਪ੍ਰਗਟ ਹੋਣ ਦੇ ਨਾਲ ਜਿਸ ਤਰ੍ਹਾਂ ਧੁੰਦ ਮਿਟ ਜਾਂਦੀ ਹੈ, ਹਨੇਰਾ ਮਿਟ ਜਾਂਦਾ ਹੈ, ਇਸੇ ਹੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਪਰਮਾਤਮਾ ਦੇ ਅਜਿਹੇ ਗਿਆਨ ਦੀ ਵਰਖਾ ਇਹਨਾਂ ਆਤਮਕ ਹਿਰਦਿਆਂ ਦੇ ਉੱਪਰ ਕੀਤੀ ਕਿ ਅਗਿਆਨਤਾ ਦੀ ਸਾਰੀ ਮੈਲ ਧੋ ਸੁੱਟੀ। ਭਾਈ ਗੁਰਦਾਸ ਜੀ ਅਤੇ ਹੋਰ ਵੀ ਮਤਾਂ ਦੇ ਜਿਹੜੇ ਵਿਦਵਾਨ ਨੇ, ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਸਿਜਦਾ ਕਰਦਿਆਂ ਹੋਇਆਂ ਆਖਿਆ, ਫਿਰ ਆਖਰ ਉਠੀ सदा तौहीद की पंजाब से, हिंद को एक मर्द कामल ने जगाया ख्वाब से। सर मुहम्मद इकबाल दे बोल ने वो कहन लगा, परमात्मा दे इको एक होण दा ढंडोरा ਅਤੇ परमात्मा दे इको
ਸਾਰੀ ਖਲਕਤ ਇੱਕੇ ਦੀ ਪੈਦਾਇਸ਼ ਹੋਣ ਦਾ ਢੰਡੋਰਾ ਸਿਰਫ ਗੁਰੂ ਨਾਨਕ ਦੇਵ ਜੀ ਨੇ ਦਿੱਤਾ। ਹਿੰਦ ਨੂੰ ਸੁੱਤੀ ਹੋਈ ਨੀਂਦ ਦੇ ਵਿੱਚੋਂ ਜਗਾ ਦਿੱਤਾ। ਐਸੇ ਦੀਨ ਦਿਆਲ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤਾਂ ਵਿਸ਼ਵ ਭਰ ਦੇ ਵਿੱਚ ਵੱਡੇ ਵੱਡੇ ਉਪਰਾਲੇ ਕਰਦਿਆਂ ਦੂਰ ਦੂਰ ਤੋਂ ਸੁਲਤਾਨਪੁਰ ਦੀ ਸਰਜ਼ਮੀਨ ਦੇ ਉੱਪਰ ਨਗਰ ਕੀਰਤਨ ਆ ਰਹੇ ਨੇ। ਸੰਗਤਾਂ ਹੁਮ ਹਮਾ ਕੇ ਦਰਸ਼ਨਾਂ ਦੇ ਲਈ ਵਹੀਰਾਂ ਘੱਤ ਕੇ ਆ ਰਹੀਆਂ ਹਨ। ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ ਕਿ ਅਸੀਂ ਸੰਗਤ ਦੇ ਵਿੱਚ ਜੁੜ ਕੇ ਗੁਰੂ ਸ਼ਬਦ ਦੀ ਸਾਂਝ ਪਾਉਣ ਦਾ ਇਹ ਸੁਭਾਗਾ ਸਮਾਂ ਮਿਲਿਆ ਹੈ ਜੀ। ਆਪ ਸਤਸੰਗੀ ਜਨੋ ਜਾਣਦੇ ਹੋ ਕਿ ਰੋਜ਼ਾਨਾ ਸ਼ਾਮ ਦੇ ਦੀਵਾਨਾਂ ਦੇ ਵਿੱਚ ਇਸ ਕਥਾ ਦੇ ਵਿੱਚ ਕੌਮ ਦੇ ਵੱਖ-ਵੱਖ ਵਿਦਵਾਨਾਂ ਨੂੰ ਗੁਰਬਾਣੀ ਦੇ ਵਿੱਚੋਂ ਹੀ ਇੱਕ ਪ੍ਰਸੰਗ ਦਿੱਤਾ ਜਾਂਦਾ ਹੈ ਤੇ ਉਸ ਪ੍ਰਸੰਗ ਦੇ ਤਹਿਤ ਰਹਿੰਦੇ ਹੋਇਆਂ ਗੁਰੂ ਕੇ ਸ਼ਬਦ ਦੀ ਵਿਚਾਰ ਕਰਨੀ ਹੁੰਦੀ ਹੈ। ਆਓ ਸਤਸੰਗੀ ਜਨੋ, ਜਿੰਨੇ ਵੀ ਸਰੀਰ ਗੁਰੂ ਕੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਨੇ, ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੋ ਅਤੇ ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਇੱਕ ਵਾਰੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਉੱਚੇ ਆਵਾਜ਼ੇ 'ਚ ਬੁਲੰਦ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਸੰਗੀ ਜਨੋ, ਜੋ ਅੱਜ ਦੇ ਦੀਵਾਨਾਂ ਦੇ ਵਿੱਚ ਗੁਰਬਾਣੀ ਦੇ ਵਿੱਚੋਂ ਪ੍ਰਸੰਗ ਵਿਚਾਰਨ ਦੇ ਲਈ ਬਖਸ਼ਿਸ਼ ਹੋਇਆ ਹੈ, ਉਹ ਬੋਲ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਜਪ ਸਾਹਿਬ ਦੇ ਹਨ, ਜਿਸ ਨੂੰ ਅਸੀਂ ਸਤਿਕਾਰ ਦੇ ਨਾਲ ਜਪਜੀ ਸਾਹਿਬ ਆਖਦੇ ਹਾਂ। ਉਹਦੇ ਅੰਦਰੋਂ ਹੀ ਪ੍ਰਸੰਗ ਹਨ ਕਿ ਘੜੀਐ ਸ਼ਬਦ ਸੱਚੀ ਟਕਸਾਲ। ਕਿਸ ਤਰ੍ਹਾਂ ਪਰਮਾਤਮਾ ਉਹਦੀ ਸੱਚੀ ਟਕਸਾਲ ਦੇ ਅੰਦਰ ਕਿਸ ਤਰ੍ਹਾਂ ਸ਼ਬਦ ਘੜਿਆ ਜਾਂਦਾ ਹੈ। ਸਨਮਾਨਯੋਗ ਸਤਸੰਗੀ ਜਨੋ, ਕਿ ਜਿਹੜੇ ਪ੍ਰਸੰਗ ਦੇ ਅਧੀਨ ਅਸੀਂ ਵਿਚਾਰ ਕਰਨ ਜਾ ਰਹੇ ਹਾਂ, ਇਹ ਜਿਹੜਾ ਸ਼ਬਦ ਹੈ ਜਪਜੀ ਸਾਹਿਬ ਦੇ ਅੰਦਰ 38ਵੀਂ ਪੌੜੀ ਹੈ, ਜਾਂ ਇੰਜ ਕਹਿ ਲਈਏ ਕਿ ਜਪਜੀ ਸਾਹਿਬ ਜੀ ਦੀ ਅਖੀਰਲੀ ਪੌੜੀ ਹੈ, ਜਿਸ ਦੇ ਅੰਦਰ ਪਾਤਸ਼ਾਹ ਜੀ ਨੇ ਫਰਮਾਇਆ, ਕਹਿਣ ਲੱਗੇ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਜਦੋਂ ਸਤਸੰਗੀ ਜਨੋ ਅਸੀਂ ਇਸ ਪੌੜੀ ਨੂੰ ਗਉ ਦੇ ਨਾਲ ਵਿਚਾਰਦੇ ਹਾਂ ਤਾਂ ਟਕਸਾਲ ਦੇ ਜਦੋਂ ਅਸੀਂ ਜਿੱਥੇ ਸਿੱਕੇ ਘੜੇ ਜਾਂਦੇ ਨੇ, ਜਿੱਥੇ ਟਕੇ ਘੜੇ ਜਾਂਦੇ ਨੇ, ਜਿੱਥੇ ਕਰੰਸੀ ਦੀ ਹੋਂਦ ਹੁੰਦੀ ਹੈ, ਉਹਨੂੰ ਟਕਸਾਲ ਆਖਿਆ ਜਾਂਦਾ ਹੈ। ਮੇਰੇ ਪਾਤਸ਼ਾਹ ਜੀ ਨੇ ਜਿਹੜੀ ਇਸ ਟਕਸਾਲ ਦਾ ਜ਼ਿਕਰ ਜਪਜੀ ਸਾਹਿਬ ਦੇ ਅੰਦਰ ਕੀਤਾ ਹੈ ਨਾ, ਇਸ ਪੌੜੀ ਨੂੰ ਗਾਉ ਦੇ ਨਾਲ ਵਾਚੀਏ ਤਾਂ ਇਸ ਦੇ ਅੰਦਰ ਪ੍ਰਭੂ ਦੇ 7 ਗੁਣ ਨਿਵਾਸ ਕਰਦੇ ਨੇ। 7 ਗੁਣ, ਉਹ 7 ਗੁਣ ਕਿਹੜੇ ਕਿਹੜੇ ਨੇ? ਪਹਿਲਾ ਹੈ ਜਤ, ਦੂਜਾ ਹੈ ਧੀਰਜ, ਤੀਜਾ ਹੈ ਮਤ,
चौथा है वेद ते पंजवां है भाव, छेवां है तप ताओ जिस दा अर्थ है घालना कमाउणी, ते सतवां भाव जिस दा अर्थ है प्रेम। जदों असीं इस टकसाल दे अंदर निवास करन वाले इन्हां सत्तां ही गुणां नूं विचारन दा यतन करांगे ना, सानू पता लग जाएगा कि किस तरह सच्ची टकसाल दे अंदर शब्द दी घाड़त घड़ी जाती है। गुरमत दे अंदर जदों असीं विचारदे हां ना, गुरमत दा दुनिया दे नालों एक अनोखा ते एक अलहदा विशेषता यह है कि गुरमत ने ना ते किसी जीवन दे पक्ष नूं मुकम्मल तौर ते त्याग्या है। गुरमत ने मनुखी जीवन दे किसी भी पक्ष नूं मुकम्मल तौर ते त्याग्या नहीं, अते दूसरा कि किसी भी जीवन दे पक्ष दे नाल मनुख नूं चिंबड़न दे लई भी हदायत नहीं कीती। उहदे नाल लेप होण दी किसी नूं हदायत नहीं कीती। दुनिया दे अंदर दो तरह दे मत, दो तरह दे फिरके, दो तरह दे लोकां दी होंद है। एक वो लोग ने जिन्हां नूं माया ने ग्रसिया होया है, जेड़े माया दी दलदल दे विच फसे हुए ने, जिन्हां दा इस माया दे विचों निकलना मुश्किल की नामुमकिन हो चुका है। दूसरे सत्संगी जनों वो ने जेड़े घर बार त्याग गए, इस दुनिया नूं माया माया आखदे होए घर बार दा त्याग करके चले गए, परिवार छड़ दिता, बच्चे छड़ दिते, अपने शरीर दे कपड़े उतार दिते, पैरों नंगे चलण लगे। एक इस तरह की मत, इस तरह की अकल होंद दे विच आई। पर गुरमत का जिहड़ा सिद्धांत है ना, ये इन्हां दोहां दे नालों विलक्षण है। मेरे पातशाह जी ने इन्हां दोहां दे विचों ही विचला रस्ता जिहड़ा है वो अपनाउण दे लई गुरसिख नूं हदायत कीती है। वेखो गुरबाणी दे अंदर असीं शब्द पढ़दे हां, जिस गृह बहुत तिसै गृह चिंता। कह लगे जिस घर दे विच बहुत सारी माया है, धन पदार्थ ने, दुनिया दी हर सुख सहूलत उन्हां दे कोल है, पर चिंता वर्गा भैड़ा रोग उन्हां नूं चिंबड़िया होया है। जिस गृह थोरी सो फिरे परमंता। दूसरा विचारा वो है जिस दे घर दे विच पाउण दे लई कपड़ा भी नहीं, खाण दे लई चंगा प्रशादा भी नहीं, रहण दे लई चंगी छत भी नहीं। वो सारा दिन ज्यों सवेर तो उठदा है, शामां तक वो किरत दे विच जुड़िया रहिंदा है। रोजी कमाउंदा कमाउंदा ही शामां नूं थक के ते टुट के सौ जांदा है। जिस गृह बहुत तिसै गृह चिंता, जिस गृह थोरी सो फिरे परमंता। दोहूं व्यवस्था तेजो मुक्ता, सोई सुहेला भालिए। जेड़ा दोहां ही इन्हां अवस्थावां दे विचों मुक्त है ना, वो गुरु नानक साहिब दा सिख है। ना ते उन्हें माया नूं त्याग्या होया है, ते ना वो माया दी लपेट दे विच इन्ना आया है कि इहदे विचों निकलना ही औखा हो जावे। आओ असीं इस पौड़ी दे विचले जिहड़ा पहला गुण है जात, उन्हों गुरबाणी दे विचों वेखण दा यतन करिए कि जेड़े जत दी गुरु नानक साहिब जी ने जपजी साहिब दे अंदर गल कीती है, वो केड़ा जत है जी। जत दा अर्थ हुंदा है गृहस्थ धर्म नूं ना अपनाउणा। जत दा अर्थ है अपनी इंद्री नूं रोक के रखना। जत दा अर्थ है कदे भी भोग ते विलास दे विच ना पैना।
इसका अर्थ होया कि जत वो है ਜਿਹੜਾ ਭੋਗ ਤੇ ਵਿਲਾਸ ਦੇ ਵਿੱਚ ਇਸ ਇੰਦਰੀ ਨੂੰ ਗ੍ਰਸਤ ਨਹੀਂ ਹੋਣ ਦਿੰਦਾ। ਪਰ ਜੇ ਗੁਰਬਾਣੀ ਨੂੰ ਵਿਚਾਰੀਏ ਤੇ ਗੁਰਬਾਣੀ ਤੇ ਜਤੀਆਂ ਨੂੰ ਇਹ ਕੋਈ ਵੱਡੀ ਪ੍ਰਧਾਨਤਾ ਨਹੀਂ ਦਿੰਦੇ। ਭਗਤ ਕਬੀਰ ਜੀ ਦੇ ਹੀ ਬੋਲ ਨੇ, ਉਹ ਕਹਿਣ ਲੱਗੇ ਨਗਨ ਫਿਰਤ ਜਾਓ ਪਾਈਏ ਜੋਗ ਬਣਕਾ ਮਿਰਗ ਮੁਕਤ ਸਭ ਹੋਗ। ਜੇ ਕੱਪੜੇ ਤੇ ਲੀੜੇ ਤਿਆਗਿਆ ਮਨੁੱਖ ਨੂੰ ਮੁਕਤੀ ਮਿਲਦੀ ਹੈ ਤੇ ਹਿਰਨ ਫਿਰ ਜੰਗਲਾਂ ਦੇ ਵਿੱਚ ਨੰਗੇ ਘੁੰਮਦੇ ਨੇ। ਇਸੇ ਹੀ ਸ਼ਬਦ ਦੇ ਵਿੱਚ ਆਖਿਆ ਬਿੰਦ ਰਾਖ ਜਾਓ ਤਰੀਏ ਭਾਈ ਖੁਸਰੈ ਕਿਉਂ ਨਾ ਪਰਮਗਤ ਪਾਈ। ਜਤ ਦੇ ਉੱਪਰ ਸਭ ਤੋਂ ਵੱਡਾ ਤਰਕ ਭਗਤ ਕਬੀਰ ਜੀ ਨੇ ਕੀਤਾ। ਉਹ ਕਹਿਣ ਲੱਗੇ ਜੇ ਬਿੰਦ ਰੱਖਿਆ, ਜੇ ਵੀਰਜ ਨੂੰ ਹੱਠ ਦੇ ਨਾਲ ਰੋਕਿਆ, ਇੰਦਰੀ ਨੂੰ ਹੱਠ ਦੇ ਨਾਲ ਆਪਣੇ ਕਾਬੂ ਕਰਦਿਆਂ ਹੋਇਆਂ ਇਹ ਕੁਝ ਹੁੰਦਾ ਹੈ, ਫਿਰ ਤਾਂ ਖੁਸਰੇ ਵਰਗੇ ਰੱਬ ਦੇ ਪੈਦਾ ਕੀਤੇ ਹੋਏ ਜੀਵ ਸਿੱਧੇ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਨੇ। ਕੋਈ ਘਾਲਣਾ ਕਰਨ ਦੀ ਜ਼ਰੂਰਤ ਨਹੀਂ। ਬਿੰਦ ਰਾਖ ਜਾਓ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਕਹਿਣ ਲੱਗੇ ਫਿਰ ਤੇ ਉਹ ਵੀ ਪਰਮਗਤ ਨੂੰ ਪ੍ਰਾਪਤ ਹੋ ਸਕਦੇ ਨੇ, ਪਰਮ ਪਦਵੀ ਪ੍ਰਾਪਤ ਕਰ ਲੈਂਦੇ ਨੇ। ਫਿਰ ਅਸੀਂ ਵੇਖੀਏ ਕਿ ਗੁਰਮਤ ਦੇ ਵਿੱਚ ਕਿਹੜਾ ਜਤ ਹੈ। ਗੁਰਮਤ ਦੇ ਵਿੱਚ ਜਿਹੜਾ ਜਤ ਹੈ ਨਾ, ਉਹ ਅਸੀਂ ਭਾਈ ਗੁਰਦਾਸ ਜੀ ਤੋਂ ਪੁੱਛੀਏ। ਉਹ ਕਹਿਣਗੇ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਭਾਈ ਗੁਰਦਾਸ ਜੀ ਨੂੰ ਜਦੋਂ ਪੁੱਛਾਂਗੇ ਉਹ ਕਹਿਣਗੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ। ਇੱਕ ਨਾਰੀ ਦੇ ਨਾਲ ਗ੍ਰਿਸ਼ਤ ਨੂੰ ਕਮਾਉਂਦਿਆਂ ਹੋਇਆ, ਗ੍ਰਿਸ਼ਤ ਦਾ ਜੀਵਨ ਬਸਰ ਕਰਦਿਆਂ ਹੋਇਆਂ ਉਹਦੇ ਨਾਲ ਮੋਹ ਪ੍ਰੀਤ ਤੇ ਮੁਹੱਬਤ ਹੋਵੇ। ਦੂਸਰੀਆਂ ਜਿਹੜੀਆਂ ਇਸਤਰੀਆਂ ਨੇ ਉਹ ਜਾਂ ਮਾਵਾਂ ਜਾਪਣ ਤੇ ਜਾਂ ਭੈਣਾਂ ਜਾਪਣ। ਇਹ ਜਤ ਹੈ ਗੁਰਮਤ ਦਾ। ਪਰ ਜਤੀਆਂ ਨੇ ਜਿਨ੍ਹਾਂ ਨੇ ਘਰ-ਬਾਰ ਤਿਆਗਿਆ ਹੋਇਆ ਸੀ ਨਾ, ਉਹਨਾਂ ਨੇ ਤੇ ਗੁਰੂ ਨਾਨਕ ਸਾਹਿਬ ਜੀ ਤੱਕ ਵੀ ਉਹਨਾਂ ਨੂੰ ਵੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸੀ। ਮੈਂ ਸਿਰਫ ਟੂਕ ਮਾਤਰ ਨਾਲ ਬੇਨਤੀ ਕਰਦਾ ਜਾਵਾਂਗਾ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਦਾਸੀਆਂ ਦਾ ਭੇਖ ਉਤਾਰ ਦਿੰਦੇ ਨੇ, ਕਰਤਾਰਪੁਰ ਦੇ ਅੰਦਰ ਆ ਕੇ ਕਿਰਤ ਕਰਦੇ ਨੇ, ਨਾਮ ਜਪਦੇ ਨੇ, ਵੰਡ ਛਕਦੇ ਨੇ, ਉਸ ਵੇਲੇ ਲਾਗੇ ਹੀ ਅਚਲ ਵਟਾਲੇ ਦੀ ਧਰਤੀ ਦੇ ਉੱਪਰ ਸ਼ਿਵਰਾਤਰੀ ਦਾ ਮੇਲਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਉਦਾਸੀਆਂ ਨੇ ਆਖਿਆ ਕਿ ਗੁਰੂ ਨਾਨਕ ਸਾਹਿਬ ਜੀ ਇਹ ਕੀ ਕੀਤਾ ਜੇ, ਪਹਿਲਾਂ ਗ੍ਰਿਸ਼ਤ ਛੱਡਿਆ ਤੇ ਹੁਣ ਗ੍ਰਿਸ਼ਤ ਫਿਰ ਅਪਣਾ ਲਿਆ ਜੇ। ਗੁਰੂ ਨਾਨਕ ਸਾਹਿਬ ਜੀ ਨੇ ਕੀ ਜਵਾਬ ਦਿੱਤਾ? ਸ਼ਿਵਰਾਤਰੀ ਦਾ ਮੇਲਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਮਾਨੋ ਸਾਰੀ ਸ੍ਰਿਸ਼ਟੀ ਉਲਟ ਪਈ ਹੈ। ਸਾਰੀ ਸ੍ਰਿਸ਼ਟੀ ਉਲਟ ਕੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਬਿਹਬਲ ਹੈ। ਇਸ ਤੋਂ ਬਾਅਦ ਜਦੋਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਬਹੁਤ ਵੇਖਿਆ, ਉੱਥੇ ਜੋਗੀ ਭੰਗਰਨਾਥ ਵਰਗੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਈਰਖਾ ਕਰਦੇ ਹੋਏ ਕੁਝ ਗੋਸ਼ਟ ਕਰਨ ਦੇ ਲਈ ਤਿਆਰ ਹੋ ਗਏ। ਭਾਈ ਗੁਰਦਾਸ ਜੀ ਦੇ ਉਹ ਬੋਲ ਨੇ, ਕਹਿ ਲੱਗੇ ਖਾਦੀ ਖੁਣਸ ਜੁਗੀਸਰਾਂ ਗੋਸ਼ਟ ਕਰਨ ਸਭੇ ਉੱਠ ਆਈ। ਪੁੱਛਿਆ ਜੋਗੀ ਭੰਗਰਨਾਥ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਭੰਗਰਨਾਥ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕਰਦਾ ਹੈ। ਉਹ ਆਖਦਾ ਹੈ ਹੇ ਨਾਨਕ, ਤੂੰ ਹੁਣ ਇਸ ਦੁੱਧ ਦੇ ਵਿੱਚ ਕਾਂਜੀ ਕਿਉਂ ਪਾ ਦਿੱਤੀ ਹੈ। ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਤੂੰ ਤੇ ਚਾਟਾ ਜਿਹੜਾ ਦੁੱਧ ਦਾ ਸੀ ਨਾ, ਉਹਦੇ ਵਿੱਚ ਕਾਂਜੀ ਦੀਆਂ ਛਿੱਟਾਂ ਪਾ ਕੇ ਇਹ ਜਿਹੜੀ ਉਦਾਸੀ ਦੀ ਇੰਨੇ ਚਿਰ ਦੀ ਤੁਸੀਂ ਧਾਰਨ ਕੀਤਾ ਹੋਇਆ ਸੀ ਲਿਬਾਸ, ਇਹਨੂੰ ਤੁਸੀਂ ਉਤਾਰ ਕੇ ਤੇ ਦੁੱਧ ਦੇ ਵਿੱਚ ਮਾਨੋ ਕਿ ਕਾਂਜੀ ਪਾ ਦਿੱਤੀ ਹੈ। ਇਹ ਜੋਗੀ ਭੰਗਰਨਾਥ ਸਵਾਲ ਕਰਦਾ ਹੈ। ਪੁੱਛਿਆ ਜੋਗੀ ਭੰਗਰਨਾਥ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ। ਸਵਾਲ ਇਹਦਾ ਇਹ ਹੈ
कि तुसीं उदासियां वाला भेख उतार के फिर संसारी रीत क्यों धारण कर लई है। भेख उतार उदास दा वत क्यों संसारी रीत चलाई। ते गुरु नानक साहब जी ने जवाब दिता, बाबा आखे भंगर नाथ तेरी माऊ कुचज्जी आही। भांडा धोए ना जाते उन भाए कुचज्जे फुल सड़ाई। होए अतीत गृहस्थ तज। गुरु नानक साहब जी जवाब देंदे कहन लगे, भंगर नाथ तेरी मत मारी गई है। तू जेड़े संसारियां नू माड़ा आखदा है ना, ते संसारी छड़ के अतीत हुंदा है, उदासी बन जाता है, दुनिया तो विरक्त हो जाता है। पर जदों तेरे ढिड दे अंदर भुख लगदी है फिर मंगण दे लई गृहस्थियां दे घरे आउंदा है। पातशाह जी ने फरमाया, भांडा धोए ना जाते उन भाए कुचज्जे फुल सड़ाई। होए अतीत गृहस्थ तज फिर उन्हू के कर मंगण जाई। बिन दिते किश हथ न आई। गुरु नानक साहब जी कह लगे, मंगण दे लई उन्हां दे घर ते जदों नरकां ते स्वर्गां दी वारी आउंदी है उदों स्वर्ग अपने हिस्से दे विच रख लैंदे जे ते संसारियां नूं नरकां दे वासी बना दिंदे जे। गुरु नानक साहब जी नूं भी आखिया कि जती होवो, पर उन्हां ने फिर भी गृहस्थ नूं अपनाया। उन्हां ने फिर भी संसारी रीत नूं अपने जीवन दे विच धारण कर छड्डिया। वो करतारपुर दी धरती दे उपर हल भी वाहुंदे ने। वो करतारपुर दी धरती दे उपर किरत विरत भी करते ने। सवेरे ते शाम दीवान भी सजदे ने। सोदर आरती गावीए। अमृत वेले जाप उचारा। अमृत वेले जपजी साहिब भी पढ़ते ने ते सांझ वेले सोदर आरती दे कीर्तन भी हुंदे ने। करतारपुर दे विच जत केड़ा है जिस नूं गुरु नानक साहब जी ने आख्या जत पहारा। पहारा दा अर्थ हुंदा है जी दुकान। इस समुची पौड़ी दे विच एक सुनियारे दी छोटी जी दुकान दा जिक्र आवेगा ते ओदे धंधे दे नाल संबंधित जेड़े छोटे छोटे हथियार ने उन्हां दा भी जिक्र आवेगा। गुरु नानक साहब जी कह लगे, इस टकसाल दे अंदर जेड़ा जत है ना वो एक छोटी जी दुकान है। दूसरा गुण धीरज। कह लगे जेड़ा धीरज है ना, धीरज दे अर्थ ने सिदक सबर। जेड़ा सिदक ते सबर है, सच जाणियो मनुख दा सब तो वड्डा स्वार्थ है। जिन्ने चिर तक मनुख दे अंदर संतोख नहीं, सबर नहीं, धीरज नहीं, सिदक नहीं, सच जाणियो ओने चिर तक कोई गुरु दा मुरीद बन ही नहीं सकता। ओने चिर तक कोई पीर दा मुरीद नहीं जे बन सकता। भाई गुरदास जी ने ते इथों तक फरमाया, वो कह लगे, मुर्दा होए मुरीद ना गल्ली होवना। साबर सिदक शहीद भरम भाओ खोवना। सिदक ते सबर ये मनुख दा सब तो वड्डा सुभाव है ते इन्हें इस जीवन दे अंदर प्राप्त करना है। बाबा फरीद जी तो पुछिए, जदों वो सबर की गल करते हैं ना, वो कहन लगे, हे मनुख, सबर एक अजिहा बन है, जे मनुखी मन नूं अजिहा बन लग जावे ना, फिर ओदे शुभ गुण कदे भी रुड़दे नहीं। ते जे सबर दा बन मारिया होवे ते टुट के कदे भी छोटे छोटे नालियां दे विच तब्दील नहीं हुंदे। ये शुभ जेड़े गुण ने दरिया की तरह दिनों दिन सवाए हुंदे जांदे ने। बाबा जी दे किन्ने अगम्मी मोल ने। फरीदा सबर यह सुवाओ, जे तू बंदा दिड़क रहे। सबर एहो सुवाओ, जे तू बंदा दिड़क रहे। वध थीवे दरियाओ, टुटना थीवे वाहड़ा। वधदा होया दरिया की तरह हो जावेगा, टुट के नालियां ते नदियां दे रूप दे विच तब्दील नहीं होवेगा, जे तेरे अंदर सबर होवेगा। ते
ਸਿਦਕ ਹੋਵੇਗਾ, ਧੀਰਜ ਹੋਵੇਗਾ। ਇਸ ਤਰ੍ਹਾਂ ਇੱਕ ਸ਼ਲੋਕ ਦੇ ਅੰਦਰ ਹੋਰ ਫਰਮਾਇਆ ਬਾਬਾ ਜੀ ਨੇ। ਬਾਬਾ ਫਰੀਦ ਜੀ ਕਹਿਣ ਲੱਗੇ, ਜੇ ਮਨੁੱਖੀ ਮਨ ਦੇ ਅੰਦਰ ਸਬਰ ਦਾ ਹੀ ਕਮਾਨ ਹੋਵੇ ਤੇ ਜੇ ਇਸ ਸਬਰ ਦੇ ਕਮਾਨ ਨੂੰ ਸਬਰ ਦਾ ਹੀ ਚਿੱਲਾ ਲੱਗਾ ਹੋਵੇ ਤੇ ਸਬਰ ਦੇ ਕਮਾਨ ਤੇ ਚਿੱਲੇ ਦੇ ਉੱਪਰ ਸਬਰ ਦਾ ਹੀ ਤੀਰ ਚੜਾ ਕੇ ਛੱਡਿਆ ਜਾਵੇ, ਸੱਚ ਹੈ ਮਨੁੱਖ ਜੀਵਨ ਦੀ ਬਾਜੀ ਕਦੇ ਵੀ ਹਾਰ ਨਹੀਂ ਸਕਦਾ। ਸਬਰ ਮੰਝ ਕਮਾਨ ਇਹ ਸਬਰ ਕਾ ਨਿਹਣੋ, सबर मंझ कमान ए सबर का निहनो, सबर संदा बाण खालक खता ना करी। सबर दा ही बाण होवे, तीर होवे, सच है जीवन दी बाजी जितन दे लई जेड़े निशाने नू मिथ के चलिया ਉਹ कदे ਉਹਦੇ निशाने तो खुंजेगा नहीं, मंजिल तो मुकाम तो कदे घुसेगा नहीं। ਅਸੀਂ ਪੁੱਛ ਵੇਖੀਏ ਪਾਤਸ਼ਾਹ ਜੀ ਨੂੰ ਗੁਰਬਾਣੀ ਦੇ ਅੰਦਰ, ਉਹ ਕਹਿਣਗੇ ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜਿਹ ਧਿਰ ਦੇਖਾਂ ਤਿਹ ਧਿਰ ਮੌਜੂਦ। ਕਹਿਣ ਲੱਗੇ ਹੈ ਨਮਾਜ਼ੀ, ਹੈ ਮੁਸਲਮਾਨ ਭਰਾ, ਤੂੰ ਨਮਾਜ਼ਾਂ ਜ਼ਰੂਰ ਨਿਉ ਨਿਉ ਕੇ ਗੁਜ਼ਾਰਦਾ ਹੈ, ਨਮਾਜ਼ਾਂ ਅਦਾ ਕਰਦਾ ਹੈ, पर जे किधरे तू अपने मन दे वल नू थोड़ा जिहा निउ के सिजदा करें ते सिदक नू मन दे विच लियावे ना, जे तेरा सिदकी सिजदा बन जावे ते सच है जीवन दी बाजी फिर भी नहीं हारेगा। सिदक कर सिजदा मन कर मकसूद, जिह तिर देखा तिह तिर मौजूद। सच है संतोख ते सबर तो बिना ਇਹ ਮਨੁੱਖੀ ਕਾਮਨਾਵਾਂ ਦਾ ਜਿਹੜਾ ਹੜ੍ਹ ਹੈ ਕਦੇ ਰੋਕਿਆ ਹੀ ਨਹੀਂ ਜਾ ਸਕਦਾ। ਮੇਰੇ ਬਾਬਾ ਜੀ ਦੇ ਬੋਲ ਨੇ, ਉਹ ਕਹਿਣ ਲੱਗੇ ਮਨੁੱਖ ਹੋਰ ਹੋਰ ਮੰਗਦਾ ਹੈ, ਮੰਗਦਿਆਂ ਮੰਗਦਿਆਂ ਕਦੇ ਵੀ ਥੱਕਦਾ ਨਹੀਂ, ਪਰ ਸੱਚ ਹੈ ਇਹਦੀ ਭੁੱਖ ਉਦਣ ਖਤਮ ਹੁੰਦੀ ਹੈ ਜਿਸ ਦਿਨ ਗੁਰੂ ਤੋਂ ਪਰਮਾਤਮਾ ਤੋਂ ਸਬਰ ਤੇ ਸੰਤੋਖ ਦੀ ਦਾਤ ਮੰਗਦਾ ਹੈ। ਬੋਲਦੇ ਹਨ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ, ਉਤਰੇ ਮਨ ਕੀ ਭੁੱਖ। ਸਬਰ ਧੀਰਜ ਇਹ ਸਭ ਤੋਂ ਵੱਡਾ ਦੂਸਰਾ ਗੁਣ ਹੈ, ਇਸੇ ਹੀ ਪੌੜੀ ਦੇ ਅੰਦਰ ਬਿਆਨ ਕੀਤਾ ਹੋਇਆ। ਸਬਰ ਦਾ ਅਰਥ ਹੈ ਕਿੰਨਾ ਵੀ ਜ਼ੁਲਮ ਢਹਿ ਜਾਵੇ, ਕਿੰਨਾ ਵੀ ਕਹਿਰ ਵਾਪਰ ਜਾਵੇ, ਮਨੁੱਖ ਆਪਣੇ ਗਿਨੇ ਤੇ ਚੁਣੇ ਹੋਏ ਮੁਕਾਮ ਤੋਂ ਕਦੇ ਵੀ ਥਿੜਕੇ ਨਾ। ਸੱਚ ਇਹ ਹੈ ਕਿ ਸਬਰ ਤੇ ਜ਼ਬਰ ਦਾ ਟਾਕਰਾ ਕਰਦਿਆਂ ਹੋਇਆਂ ਕਦੇ ਇਸ ਖਲਕਤ ਦੇ ਮਾਲਕ ਪਰਤਖਹਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਉੱਤੇ ਬੈਠ ਕੇ ਵੀ ਆਖਦੇ ਨੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਬਰ ਸਿਦਕ ਧੀਰਜ ਇਸੇ ਹੀ ਤਰ੍ਹਾਂ ਸਬਰ, ਕਦੇ ਤਾਂ ਸਬਰ ਦੀ ਜੇ ਵਿਆਖਿਆ ਗੁਰਮਤ ਦੇ ਅੰਦਰ ਵੇਖੀਏ ਤੇ ਗੁਰੂ ਅਰਜਨ ਦੇਵ ਜੀ ਆਖਦੇ ਨੇ, ਹੇ ਪ੍ਰਭੂ ਤੇਰਾ ਭਾਣਾ ਮਿੱਠਾ ਲੱਗਦਾ ਹੈ। ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਸਬਰ ਦੇ ਅੰਦਰ ਰਹੇ, ਪਰ ਸਬਰ ਦਾ ਮਤਲਬ ਇਹ ਨਾ ਜਾਣ ਲੈਣਾ ਕਿ ਜ਼ੁਲਮ ਨੂੰ ਆਪਣੇ ਸਿਰ ਦੇ ਉੱਪਰ ਸਹਿਣ ਕਰਦੇ ਰਹਿਣਾ। ਜ਼ੁਲਮ ਨੂੰ, ਤਸ਼ੱਦਦ ਨੂੰ, ਜ਼ੁਲਮੀ ਨੂੰ ਆਪਣੇ ਸਿਰ ਦੇ ਉੱਪਰ ਹੀ ਹਮੇਸ਼ਾ ਦੇ ਲਈ ਪ੍ਰਜੰਡ ਕਰਕੇ ਬਣਾਈ ਛੱਡਣਾ ਤੇ ਉਹਦੇ ਖਿਲਾਫ ਆਵਾਜ਼ ਨਾ ਉਠਾਉਣੀ, ਇਹ ਵੀ ਸਬਰ ਦਾ ਮਤਲਬ ਨਹੀਂ। ਕਦੇ ਗੁਰੂ ਅਰਜਨ ਦੇਵ ਜੀ ਆਖਦੇ ਨੇ, ਤੇਰਾ ਕੀਆ ਮੀਠਾ ਲਾਗੇ, ਤੇ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਰਵੇਸ਼ ਬਾਦਸ਼ਾਹ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜਦੋਂ ਉਹਨਾਂ ਨੇ ਵੇਖਿਆ ਕਿ ਪਿਤਾ ਵੀ ਦਿੱਲੀ ਨੂੰ ਤੋਰ ਦਿੱਤਾ, ਹਿੰਦੂਆਂ ਦੇ ਧਰਮ ਬਚਾਉਣ ਦੇ ਲਈ, ਇਨਸਾਨੀ ਹੱਕਾਂ ਨੂੰ ਬਚਾਉਣ ਦੇ ਲਈ ਉਹਨਾਂ ਨੇ ਸੀਸ ਭੇਟਾ ਕਰ ਦਿੱਤਾ। ਉਸ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਵਿੱਚ ਸ਼ਹੀਦ ਹੋ ਗਏ।
ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਨਾਹ ਦਿੱਤੇ ਨੇ। ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਬਰ ਦੇ ਨਾਲ ਝੱਲਿਆ। ਤੇ ਇਹਦੇ ਬਾਰੇ ਅੱਲਾ ਯਾਰ ਖਾਂ ਜੋਗੀ ਨੇ ਕੁਝ ਲਫ਼ਜ਼ ਕਹੇ। ਉਹ ਕਹਿਣ ਲੱਗਾ, किस दिल से हर एक कड़ी तूने उठाई, किस सबर दे नाल हर एक कड़ी तुसां ने अपने दिल दे उपर सहन कीती। मैं तां ये वेख वेख के हैरान हाँ। पर सच ये है, जदों जबर ते जुल्म अपनियां हद्दां टप गया, उदों गुरु गोबिंद सिंह साहब जी ने भी आख्या, चेह शुद्ध के चूं बचगा कुश्ते चार, के बाकी बेमानदस्त बेचीते मार। सचे की हो गया जे तू चार साहिबजादे शहीद कर दिते, अजे कुंडलिया सप तेरी मौत दे लई भी जिउंदा है। आख्या चूंकार अज हमा हील ते दर गुजश्त, हलाल अस्त बुरदन बा शमशीर दस्त। दूसरा गुण है धीरज। जेड़ा धीरज है सब तो वड्डा स्वार्थ है। जेड़ा सबर है ਇਹਦੇ अर्थ कायरता नहीं। ਜਦੋਂ ਸਾਰੇ ਜ਼ੁਲਮ ਸਾਰੀਆਂ ਹੱਦਾਂ ਟੱਪ ਜਾਵੇ ਤੇ ਹੱਥ ਦੇ ਵਿੱਚ ਸ਼ਮਸ਼ੀਰ ਵੀ ਫੜ ਲਈ ਜਾਂਦੀ ਹੈ। ਤੀਸਰਾ ਹੈ ਜੀ ਮਤ। ਤੀਸਰਾ ਗੁਣ ਹੈ ਮਤ। ਸੱਚ ਹੈ, ਜਦੋਂ ਅਸੀਂ ਅਰਦਾਸ ਕਰਦੇ ਹਾਂ, ਖਾਲਸੇ ਪੰਥ ਦੀ ਅਰਦਾਸ ਦੇ ਵਿੱਚ ਕਦੇ ਧਿਆਨ ਦੇ ਨਾਲ ਗੌ ਦੇ ਨਾਲ ਪੜ੍ਹਿਓ ਤੇ ਸੁਣਿਓ। ਉਹਦੇ ਅੰਦਰ ਬੋਲਨੇ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਜਿਹੜਾ ਇਸੇ ਹੀ ਪੌੜੀ ਦੇ ਵਿੱਚ ਜਿਗਰ ਹੈ, ਜਤ ਪਹਾਰਾ, ਧੀਰਜ ਸੁਨਿਆਰ, ਅਹਿਰਨ ਮਤ। ਅਹਿਰਨ ਦਾ ਅਰਥ ਹੁੰਦਾ ਹੈ ਜੀ, ਜਿਹੜਾ ਹਥੌੜੇ ਦੀ ਸੱਟ ਦੇ ਲਈ ਥੱਲੇ ਸਪੋਰਟ ਰੱਖੀ ਹੁੰਦੀ ਹੈ ਲੋਹੇ ਦੀ, ਉਹਨੂੰ ਅਹਿਰਨ ਆਖਿਆ ਜਾਂਦਾ ਹੈ। ਇੱਥੇ ਅਹਿਰਨ ਕਾਹਦਾ ਹੈ? ਮਤ ਦਾ, ਗੁਰੂ ਦੀ ਮਤ ਦਾ। ਸਿੱਖਾ ਤੇਰਾ ਮਨ ਨੀਵਾਂ ਹੋਵੇ ਤੇ ਮਤ ਉੱਚੀ ਹੋਵੇ। ਤੇ ਮਤ ਉੱਚੀ ਕਿਸ ਤਰ੍ਹਾਂ ਹੁੰਦੀ ਹੈ ਜੀ? ਗੁਰੂ ਨਾਨਕ ਸਾਹਿਬ ਜੀ ਦੇ ਹੀ ਬੋਲ ਨੇ ਤੇ ਜਪਜੀ ਸਾਹਿਬ ਦੇ ਅੰਦਰ ਅੰਕਿਤ ਨੇ। ਉਹਦੇ ਅੰਦਰ ਪਾਤਸ਼ਾਹ ਜੀ ਨੇ ਫਰਮਾਇਆ, ਕਹਿਣ ਲੱਗੇ, ਜੇ ਕਿਧਰੇ ਮਨੁੱਖ ਦੇ ਅੰਗ ਮਿੱਟੀ ਘੱਟੇ ਦੇ ਨਾਲ ਲਿਬੜ ਜਾਣ, ਧੂੜ ਪਈ ਹੋਵੇ ਤੇ ਪਾਣੀ ਦੇ ਨਾਲ ਧੋ ਦਿੱਤੇ ਜਾਂਦੇ ਨੇ। ਜੇ ਮਨੁੱਖ ਦਾ ਕੱਪੜਾ ਕਿਧਰੇ ਮੂਤ ਦੇ ਨਾਲ ਪਲੀਤ ਹੋ ਗਿਆ ਹੋਵੇ, ਕਿਧਰੇ ਦਾਗੀ ਹੋ ਗਿਆ ਹੋਵੇ, ਤੇ ਸਾਬਣ ਦੇ ਨਾਲ ਉਹਨੂੰ ਉਜਲਾ ਕਰ ਲਿਆ ਜਾਂਦਾ ਹੈ। ਸੱਚ ਹੈ, ਜੇ ਕਿਸੇ ਮਨੁੱਖ ਦੀ ਮਤ ਭੈੜੀ ਹੋ ਚੁੱਕੀ ਹੈ, ਦੁਰਮਤ ਹੋ ਚੁੱਕੀ ਹੈ, ਤੇ ਉਹ ਗੁਰੂ ਤੇ ਪਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਅੱਛੀ ਕੀਤੀ ਜਾ ਸਕਦੀ ਹੈ। ਮੇਰੇ ਬਾਬਾ ਜੀ ਦੇ ਬੋਲ ਨੇ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਕੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਉਹ ਪ੍ਰਭੂ ਦੇ ਨਾਮ ਦੇ ਨਾਲ ਅਜਿਹੀ ਮਤ ਨੂੰ ਧੋਤਾ ਜਾਂਦਾ ਹੈ। ਸੱਚ ਹੈ, ਉਹੀ ਗੁਰਮੁਖ ਹੈ, ਉਹੀ ਗੁਰੂ ਦੇ ਸਨਮੁਖ ਹੈ, ਜਿਨਨੇ ਗੁਰੂ ਦੀ ਆਗਿਆ ਨੂੰ ਸੱਚ ਸੱਚ ਕਰਕੇ ਮੰਨਿਆ ਹੈ ਤੇ ਆਪਣੀ ਮਤ ਆਪਣੀ ਨਹੀਂ ਰੱਖੀ, ਆਪਣੀ ਮਤ ਗੁਰੂ ਦੀ ਮਤ ਬਣਾ ਦਿੱਤੀ ਹੈ। ਆਪਣੀ ਮਤ ਗੁਰੂ ਦੀ ਮਤ ਬਣਾ ਲਈ। ਗੁਰੂ ਅਮਰਦਾਸ ਜੀ ਦੇ ਬੋਲ ਨੇ, ਕਹਿਣ ਲੱਗੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੇ ਕੋਈ ਅਜਿਹਾ ਸਿੱਖ ਹੋਵੇ ਕਿ ਗੁਰੂ ਦੇ ਸਨਮੁਖ ਹੋਣ ਦਾ ਯਤਨ ਕਰੇ, ਤੇ ਗੁਰੂ ਦੇ ਸਨਮੁਖ ਕਿਹੜਾ ਸਿੱਖ ਹੈ? ਸਾਹਮਣੇ ਹੋਇਆ ਨਹੀਂ, ਜਿਸ ਦਾ ਨਾਮ ਗੁਰਮੁਖ ਹੈ ਤੇ ਗੁਰੂ ਦੇ ਵੱਲ ਮੂੰਹ ਹੈ, ਉਹ ਨਹੀਂ। ਪਾਤਸ਼ਾਹ ਫਰਮਾਉਣ ਲੱਗੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ, ਗੁਰ ਨਾਲੇ ਗੁਰ ਕੈ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੈ।
आप छड सदा रहे परने, गुर बिन अवर न जाने कोए, कहे नानक सुनहो संत हो, सो सिख सन्मुख होए। गुरु दी मत, जिहड़ी गुरु दी मत है ना, ये अंदरले विकारां नूं, अंदरली गंदगी नूं ते अंदरले पापां नूं धो सुटदी जे। ये सच है। मेरे पातशाह जी ने ते बोल ही इत्थों तक कर दिते। वो कह लगे जिथे मत दे नाल गुरु की पूजा हुंदी है, उहदी सेवा हुंदी है, उही सेवा थाए पैंदी है। जे किधरे अपनी मत दे नाल ही असी चारा करते रहिए तो गुरु नूं वो सेवा परवान भी नहीं जे हुंदी। सच है। मेरे बाबा जी दे बोल ने, वो कह लगे सा सेवा कीती सफल है जित सतगुर का मन मन्ने। जा सतगुर का मन मन्निया तो पाप कसम्मल भन्ने। उपदेश जे दिता सतगुरु सो सुनिया सिखी कन्ने। जो गुरु ने उपदेश दिता सिख ने कन दे नाल सुनिया, कन्ना दा सुनिया दिल तक गया ते दिल दा बुद्धि बनिया। इहदा अर्थ है जी मत। पातशाह जी ने इत्थों तक आखिया कि अकल दे नाल, गुरु दी मत दे नाल जे पढ़ के बुझिया जावे ते परमात्मा दी दरगाह दे विच मान मिलदा है। अकली साहिब सेविए, अकली पाइए मान, अकली पढ़ के बुझिए, अकली कीजै दान। नानक आखै राह यह होर गल्लां शैतान। तीसरा गुण है जी मत, ते चौथा है वेद। चौथा वेद इसे ही पौड़ी दे अंदर जिहड़ा गुण है। वेद का अर्थ है विद्या, विद्या का अर्थ है ज्ञान। सच है कि जिहड़ा पानी है ना, पानी घड़े तो बिना नहीं जे रहिंदा, ते जिहड़ा घड़ा है घड़े नूं भी अपना आकार बनाउण दे लई कदे पानी की जरूरत पैंदी है। इसे ही तरह ये जिहड़ा मन है ज्ञान तो बिना कदे स्थिर नहीं रहिंदा, ते गुरु तो बिना इनू ज्ञान मिल नहीं सकता। रोज़ाना आसा दी वार दे अंदर सरवण करते हैं ना, कुंभे बद्धा जल रहे, जल बिन कुंभ न होए। ज्ञान का बद्धा मन रहे, गुर बिन ज्ञान न होए। चौथा गुण है जी वेद दा। ये सच है, जदों गुरु ज्ञान दियां रोशनी बख्शिश करता है, ज्ञान दा अंजन इन्हां नेत्रां दे विच पाउंदा है। भगत कबीर जी दे बोल ने, वो कह लगे गुरु दे बख्शे हुए ज्ञान तां एक हनेरी दी तरह है, जेड़ी हनेरी किधरे झोंपड़ी उड़ा लै जाती है, थमियां डेग देंदी है, शतीर तोड़ देंदी है, दुरमत दे भांडे भन्न देंदी है। नेरी तो बाद दे विच फिर तेज मीह आउंदा है, मीह तो बाद आकाश साफ हो जाता है। सच है, जिहड़ा अजिही खेड नूं जाण लैंदा है, उहदे अंदर ज्ञान प्रकाशमान हो जाता है। भगत कबीर जी दे बोल ने, वो कह लगे देखो भाई ज्ञान की आई आंधी, सबे उडानी भ्रम की टाटी रहे न माया बांधी। आंधी का अर्थ है हनेरा। है भाई वेखो ज्ञान की हनेरी आई ते ओ सारी ही तृष्णा की ये झोंपड़ी नूं उड़ा के ले गए, उड़ा के ले गई ये हनेरी। देखो भाई ज्ञान की आई आंधी, सबे उडानी भ्रम की टाटी रहे न माया बांधी। दो चित्ते की दो थून गिरानी, जिहड़ियां दुबदा दियां दो थम्मियां दित्तियां होईयां सन ना इस झोंपड़ी ते, वो भी टुट गईयां। दो चित्ते की दो थून गिरानी, मोह बलेडा टूटा। तिशना शान परी धर ऊपर दुरमत भांडा फूटा। दुरमत दे भांडे भी टुट गए ते ये बनाई हुई दुरमत दी भैड़ी मत दी शान भी हनेरी ने उड़ा दिती। दो चित्ते की दो थून गिरानी, मोह बलेडा टूटा।
तिशना शान परी धर ऊपर दुरमत भांडा फूटा। कहन लगे आंधी पाछै जो जल बरखै तेह तर तेरा जन भीना। अगले बोल हनेरी तो बाद जदों तेज वरखा आई मीह होया बरसात पई। कह लगे आंधी पाछै जो जल बरखै तेह तेरा जन भीना। कहो कबीर मन भया परगासा उदय भान। जब चीना जदों ज्ञान दा सूरज उदयमान हुंदा वेख्या अंदर ज्ञान दे नाल ते प्रकाश दे नाल प्रचंड हो गया। सच ये है उन्ने चिर तक धर्म दी असली परिभाषा धर्म दे असली गुणां नूं समझ नहीं सकते जिन्ने चिर तक ज्ञान दा वासा साडे हिरदे दे विच हो नहीं सकता। भगत कबीर जी दे बोल ने वो कह लगे कबीर जहाँ ज्ञान तह धर्म है। जिथे ज्ञान होवे उथे सच्चा धर्म जरूर होवेगा। जिथे अज्ञानता होवेगी उथे भैड़ी मत झूठ ईर्खा चुगली निंदिया ये सारा कुछ होवेगा। भगत जी कहन लगे धर्म उथे हो सकता है जिथे ज्ञान है ते जिथे ज्ञान नहीं समझना कि उथे पाप ही है। कबीर जहाँ ज्ञान तह धर्म है जहाँ झूठ तह पाप जहाँ लोभ तह काल है। जिथे लोभ है लालच है पदार्थां दी भुख है सच जानना कि मौत भी उत्थे ही खलोती हुई है। जहाँ लोभ तह काल है जहाँ खिमा तह आप। जिथे खिमा वर्गे गुण पैदा हो गए उत्थे परमात्मा आप आन के बैठा होया है। चौथा गुण है जी वेद ते पंजवा गुण है भौ। भौ दा अर्थ है जी डर। डर दा अर्थ तीन तरह के डर पाए जाते हैं दुनिया के अंदर। वेखो मोटे जे तौर पर बेनती करा एक डर है कानून का। समाज का डर है कि भैड़े कर्म करांगा कोई अपराध करांगा तो कानूनी सज़ा मिलेगी। कानून का डर है संसारी डर है। एक वो डर है जिसनों गुरबाणी दे अंदर फरमाया गया इस तरह फरमाया जम जम मरै मरै फिर जम्मै बहुत सजाए पया देस लम्मै। दोजक पाए सिरजनहारे लेखा मंगै बाणियां। जिहदे अंदर नरकां दा ते स्वर्गां दा लालच दिता गया। ये दूजा डर। तीजा डर है निर्मल भाव। ये भाव है परमात्मा दे प्यार दा। ये परमात्मा दा निर्मल भाव है। इस दे अंदर ना ते संसार दे कानून दा डर है ना ही नरक ते स्वर्ग दी कोई इच्छा रह जाती है। इत्थे आके ते धर्मी लोग आख देते ने सुरग बास ना बांछिए डरिए ना नरक निवास। होना है सो होई है मने ना कीजै आस। डर खत्म हो जाते ने कदों जदों परमात्मा दा डर अंदर आ जाता है। गुरबाणी दे अंदर ये भी फरमाया कह लगे जिन्हां नूं रब दा डर है रब दा भाव है उन्हां नूं कोई डर नहीं। जिन्हां नूं परमात्मा प्रभु दा भाव नहीं सच जाणियो कि सब तो वड्डा डर उन्हां नूं है। जिन्हां भाव तिन नाहे भाव जिन्हां नूं रब दा डर है उन्हां नूं कोई डर नहीं। जिन्हां भाव तिन नाहे भाव मुच भाव ने भव्या। नानक ए पटंतरा तित दीवान गया। उस दीवान दा सच्चे दी दरगाह दा ये फैसला है कि जेड़ा प्रभु दे निर्मल डर दे अंदर जिउंदा है दुनिया दा उन्हां नूं कोई डर नहीं। वो प्रभु दे निर्मल डर दे अंदर वास करदे ने। वो कदे भी डरदे नहीं। क्यों डरन? क्योंकि गुरबाणी दे अंदर असी पढ़दे हां कि एक कनेही चाकरी जित भाओ खसम ना जाए। ये चाकरी किहो जी होई जिस दा करके दुनियावी डर खत्म ही ना होन। एक कनेही चाकरी जित भाओ खसम ना जाए। नानक चाकर कांडिए जे सेती खसम समाए। नानक सेवक कांडिए जे सेती खसम समाए।
ਸੇਵਕ ਉਹਨੂੰ ਆਖਿਆ ਜਾਂਦਾ ਜਿਹੜਾ ਆਪਣੇ ਮਾਲਕ ਦੇ ਵਿੱਚ ਅਭੇਦ ਹੋ ਜਾਵੇ, ਜਿਹੜਾ ਆਪਣੇ ਮਾਲਕ ਦੇ ਨਾਲ ਇੱਕਮਿਕ ਹੋ ਜਾਵੇ, ਉਹਦੇ ਨਿਰਮਲ ਡਰ ਦੇ ਅੰਦਰ ਤੇ ਹਜ਼ੂਰੀ ਦੇ ਅੰਦਰ ਹਮੇਸ਼ਾ ਜਿਉਂਦਾ ਹੈ। ਪੰਜਵਾਂ ਹੈ ਜੀ ਨਿਰਮਲ ਭਾਉ, ਤੇ ਛੇਵਾਂ ਹੈ ਤਪ ਤਾਉ। ਤਪ ਤਾਉ ਦਾ ਅਰਥ ਹੈ ਘਾਲਣਾ, ਕਰੜੀ ਕਮਾਈ ਕਰਨੀ। ਇੱਥੇ ਹੀ ਬਸ ਨਹੀਂ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਵੇਖਦੇ ਆ ਨਾ, ਤੇ ਭਾਈ ਗੁਰਦਾਸ ਜੀ ਨੇ ਵੀ ਫਰਮਾਇਆ, ਉਹਨਾਂ ਦੇ ਵਾਰਾਂ ਦੇ ਹੀ ਬੋਲ ਨੇ, ਉਹਨਾਂ ਦੇ ਬੋਲ ਨੇ ਕਹਿਣ ਲੱਗੇ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣੇ ਆਈ। ਇੰਨੀ ਵੱਡੀ ਕਰੜੀ ਘਾਲਣਾ ਘਾਲੀ, ਇੰਨੇ ਦੁੱਖ ਤੇ ਇੰਨਿਆਂ ਲੋਕਾਂ ਦੀਆਂ ਗੱਲਾਂ ਸੁਣੀਆਂ ਕਿ ਇਹ ਕਰਨਾ ਇੱਕ ਆਮ ਬੰਦੇ ਦਾ ਕੰਮ ਨਹੀਂ। ਗੁਰੂ ਨਾਨਕ ਸਾਹਿਬ ਜੀ ਨੂੰ ਜਗਤ ਦੇ ਲੋਕਾਂ ਨੇ ਕੀ ਨਹੀਂ ਆਖਿਆ। ਗੁਰੂ ਨਾਨਕ ਸਾਹਿਬ ਜੀ ਦਾ ਵੀ ਇਸ ਸੰਸਾਰ ਨੇ ਲਿਹਾਜ਼ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਹੀ ਬੋਲ ਨੇ, ਉਹ ਕਹਿੰਦੇ ਨੇ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸੱਚ ਇਹ ਹੈ, ਸਿਰਫ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਬਖਸ਼ਿਸ਼ ਪ੍ਰਾਪਤ ਹੋਈ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਉਹਨਾਂ ਨੂੰ ਬਖਸ਼ਿਸ਼ ਤਾਂ ਪਹਿਲਾਂ ਹੋ ਗਈ, ਦੁਨੀਆ ਦੇ ਵਿੱਚ ਆ ਕੇ ਜੋ ਉਹਨਾਂ ਨੇ ਘਾਲ ਕਮਾਈ ਉਹ ਥਾਂ ਪਈ, ਤੇ ਅੱਜ ਵੀ ਉਹਨਾਂ ਦੀਆਂ ਨਿਆਮਤਾਂ ਇਹ ਸਾਰੀ ਸ੍ਰਿਸ਼ਟ ਖਾ ਰਹੀ ਹੈ। ਜਿਹਨੂੰ ਅਸੀਂ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਘਾਲ ਕਮਾਉਣੀ, ਤਪ ਤਾਉਣਾ, ਕਰੜੀ ਕਮਾਈ ਘਾਲਣੀ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੋਟ ਅਤੋਲ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਤੋਂ ਜਾਈਏ। ਕਿਹਦਾ ਖਜ਼ਾਨਾ ਹੈ ਜੀ? ਇਹ ਕਿਹਦੀ ਮਿਹਨਤ ਦਾ ਕਰਕੇ ਇੰਨਾ ਵੱਡਾ ਖਜ਼ਾਨਾ ਇਕੱਠਾ ਹੋਇਆ? ਇਹ ਕਰੜੀ ਘਾਲ ਕਮਾਈ ਦਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਲਈ ਇਕੱਠਾ ਕੀਤਾ। ਇਹ ਵੱਖਰੀ ਗੱਲ ਹੈ ਕਿ ਸਾਨੂੰ ਸੰਸਾਰੀ ਖਜ਼ਾਨਿਆਂ ਦਾ ਤੇ ਪਤਾ ਹੈ, ਬੈਂਕ ਬੈਲੈਂਸ ਦਾ ਪਤਾ ਹੈ, ਜ਼ਮੀਨ ਦੀ ਨਿਸ਼ਾਨਦੇਹੀ ਦਾ ਪਤਾ ਹੈ, ਪਲਾਟਾਂ ਦਾ ਪਤਾ ਹੈ, ਪਰ ਗੁਰਬਾਣੀ ਦੇ ਅੰਦਰ ਜੋ ਮਾਣਕ ਮੋਤੀ ਤੇ ਹੀਰੇ ਨੇ, ਉਹਨਾਂ ਦੀ ਸਾਨੂੰ ਵਿਰਾਸਤ ਦੀ ਖਬਰ ਹੀ ਨਹੀਂ ਹੈ। ਸੱਚ ਇਹ ਹੈ। ਤੇ ਛੇਵਾਂ ਗੁਣ ਹੈ ਜੀ ਘਾਲ ਕਮਾਈ, ਜਿਸ ਨੂੰ ਤਪ ਤਾਉ ਆਖਿਆ ਗਿਆ। ਸਤਵਾਂ ਗੁਣ ਹੈ ਭਾਉ। ਭਾਉ ਦਾ ਅਰਥ ਹੈ ਪ੍ਰੇਮ, ਭਾਉ ਦਾ ਅਰਥ ਹੈ ਮੁਹੱਬਤ, ਪਿਆਰ, ਪ੍ਰੀਤ। ਜਿੰਨੇ ਚਿਰ ਤੱਕ ਪਿਆਰ ਨਹੀਂ, ਭਾਉ ਨਹੀਂ, ਸੱਚ ਹੈ ਓਨੇ ਚਿਰ ਤੱਕ ਜੀਵਨ ਦੀਆਂ ਸਾਰੀਆਂ ਹੀ ਬਾਜ਼ੀਆਂ ਦੇ ਵਿੱਚੋਂ ਮਨੁੱਖ ਅਸਫਲ ਹੁੰਦਾ ਆਇਆ ਹੈ। ਬਾਬਾ ਫਰੀਦ ਜੀ ਦੇ ਬੋਲ ਅਸੀਂ ਸਰਵਣ ਕਰਦੇ ਹਾਂ ਨਾ, ਕਿ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰਥੀਏ। ਗੁਰੂ ਅਰਜਨ ਦੇਵ ਜੀ ਦੇ ਬੋਲ ਨੇ, ਰਤੇ ਸੇਈ ਜੇ ਮੁਖ ਨਾ ਮੁੜਨ, ਜਿਨੀ ਸਿੰਜਾਤਾ ਸਾਈਂ। ਝੜ ਝੜ ਪਵੰਦੇ ਕੱਚੇ ਬਿਰਹੀ, ਜਿਨ੍ਹਾਂ ਕਾਰਨ ਆਈ। ਧਣੀ ਵਿਹੂਣਾ ਪਾਟ ਪਟੰਬਰ, ਭਾਹੀਂ ਸੇਤੀ ਜਾਲੇ। ਉਹ ਤਾਂ ਪਿਆਰੇ ਨੂੰ ਇੰਨਾ ਪਿਆਰ ਕਰਦੇ ਨੇ, ਜੇ ਕਿਧਰੇ ਵਿਛੋੜਾ ਪੈਣ ਲੱਗੇ ਤੇ ਪਿਆਰੇ ਨੂੰ ਆਖ ਦਿੰਦੇ ਨੇ, ਕਹਿੰਦੇ ਨੇ, ਆ ਸਾਡੇ ਰੇਸ਼ਮੀ ਕੱਪੜੇ ਵੀ ਅਸੀਂ ਲਾਏ, ਇਹ ਰੇਸ਼ਮੀ ਸੇਜਾਂ ਵੀ ਅਸੀਂ ਤਿਆਗੀਆਂ, ਮੋਤੀਆਂ ਦੇ ਮੰਦਰ ਵੀ ਤਿਆਗੇ, ਇਹ ਕੁੰਗੂ ਤੇ ਕਸਤੂਰੀ ਦੀਆਂ ਮਹਿਕਾਂ ਵੀ ਤਿਆਗੀਆਂ। ਤੂੰ ਸਾਡੇ ਤੋਂ ਦੂਰ ਨਾ ਹੋ, ਤੇਰੀ ਧੂੜੀ ਦੇ ਵਿੱਚ ਹੀ ਲੇਟਦੇ ਰਹੀਏ, ਇਹੀ ਸਾਡੇ ਸਭ ਤੋਂ ਵੱਡੇ ਵੱਡੇ ਭਾਗ ਹੋਣਗੇ। ਧਣੀ ਵਿਹੂਣਾ ਪਾਟ ਪਟੰਬਰ, ਭਾਹੀਂ ਸੇਤੀ ਜਾਲੇ। ਧੂੜੀ ਵਿੱਚ ਲੁਡੰਦੜੀ ਸੋਹਾ, ਨਾਨਕ ਤੈਂ ਸ਼ਹਿ। ਨਾਲੇ ਮੈਂ ਤੇਰੀ ਧੂੜ ਦੇ ਵਿੱਚ ਵੀ ਸੋਹਣਾ ਤੇ ਸੁਹਾਵਣਾ ਲੱਗਦਾ ਹਾਂ।
सतवां गुण है जी भाव दा। आओ असी इस पौड़ी नूं फिर एक बारी इकट्ठियां विचार लईए ताकि इस पौड़ी की समझ आ जाए। गुरु नानक साहब जी कह लगे जत पहारा, एक सुनियारे की निक्की जी दुकान का जिक्र है। जत जिहड़ा है एक हट्टी की तरह है। जत पहारा धीरज सुनियार, उहदे विच सुनियारा धीरज के रूप दे विच बैठा होया है। जत पहारा धीरज सुनियार, अहरन मत। अहरन अगे भी बेनती की कि छोटा जिहा लोहे का टुकड़ा है जिसनों सपोर्ट देने दे लई हथियार दे मारदियां होया वो थल्ले सपोर्ट दे के ते गहणियां नूं शेप दिंदा है, आकार दिंदा है। अगे जत पहारा धीरज सुनियार, अहरन मत। वेद हथियार, भाओ खड़ा। खड़ा का अर्थ हुंदा है धौंकनी, एक छोटी जी पाइप जिहदे नाल सुनियारा अग नूं होर तेज करदा है, वो सोने नूं ढालदा है। भाओ खड़ा, अगन तप दाओ। इहदे सुनियारे दे कोल अग है जी तप दी, घाल दी, कमाई दी। अगन तपताओ ते भांडा इहदे कोल किहड़ा है जिहदे विच सोना ढालना है, वो भांडा है भांडा भाओ, वो प्रेम का भांडा है। गुरमुखो भांडा भाओ अमृत ते ढाल, अजिहे गुण अंदर आ जान तां फिर उस गुरु दे शब्द की जिहड़ी घाड़त है इस सच्ची टकसाल बन जाती है। घड़िया शब्द सच्ची टकसाल, फिर इस दे अंदर, इस सच्ची टकसाल दे अंदर एक शब्द कमाया जाता है। शब्द नूं दो अर्थां दे विच लै सकते हाँ। एक टकसाल का अर्थ है गुरु की संगत, ते शब्द का अर्थ है गुरमुख की रहनी, गुरमुख की करनी। जेड़े गुरमुख के हिरदे दे अंदर ये सारे शुभ गुण आ गए, सच जानियो कि ओदा हिरदा सच्ची टकसाल बन गया। घड़िया शब्द सच्ची टकसाल इत्थे ही बस नहीं, जिस दे अंदर ये 7 गुण आ भी गए पर फिर भी अजे एक बरकत बाकी है, वो प्रभु की बख्शिश है, नदर है, मेर है। जिनका नदर कर्म तिनकार, जिहदे उपर बख्शिश होवे, नदर होवे, मेहरबानी होवे, उन्हां नूं ही ये कार परमात्मा दे दरों घरों प्राप्त हुंदी है। जिसनूं बाबा फरीद जी ने आख्या, कहन लगे दाती साहिब संधियां क्या चलै तिस नाल। ये दातां ते दतार प्रभु दियां ने, ओदे अगे किसे दा कोई चारा नहीं जे चलदा। सच है गुरबाणी कहती है कई जागदे होए भी अमृत वेले सुते ने, ते कईयां नूं सुत्तियां नूं भी वो बाहों फड़ के उठा लैंदा है। दाती साहिब संधियां क्या चलै तिस नाल, एक जा गंदे ना लहन, एक ना सुत्तियां दे उठाल। एक जागदे नहीं प्राप्तियां दियां दातां प्राप्त करदे, एक ना नूं सुत्तियां नूं वो बाहों फड़ के उठा लैंदा है। जदों वो नदर करदा है, मेहर करदा है, उदों तां फिर मेरे पातशाह फरमाउण लगे क्या हंस क्या बगला। की हंस होया की बगला होया, जदों ओदी नदर बख्शिश ते मेहरबानी हो गई। क्या हंस क्या बगला जाका नदर करे, नानक भावे पार ब्रह्म पाहन नीर। तरे जे पार ब्रह्म नूं भा गया ते ओ पानी दे उपर भी पत्थरां नूं उतार दिंदा है। सच ये है कि प्रभु दी बख्शिश वड्डी है, कर्म वड्डा नहीं। जे कर्म वड्डा हुंदा ते गुरबाणी दे अंदर पातशाह जी ने थां थां ते फरमाया है, वो कहन लगे आपन लिया जे मिले तां सब को भागट होए। जे कर्मां दा करके अपनी अकल दा करके सियाणप दा करके ही मिलदा हुंदा ना, फिर सच है हर कोई वडभागी बन जांदा। पर वडभागी वो है जिस दे उत्ते मेरा पातशाह मेहरबान हुंदा है, जिस दे उपर ओदी नज़र हुंदी है।
ਜਿਸ ਦੇ ਉੱਪਰ ਉਹ ਆਪ ਦਇਆਵਾਨ ਹੁੰਦਾ ਹੈ। ਮੇਰੇ ਪਾਤਸ਼ਾਹ ਫਰਮਾਉਣ ਲੱਗੇ, ਇਹ ਜਿਹੜੀ ਦੁਨੀਆ ਹੈ ਨਾ, ਸੱਚ ਜਾਣਿਓ ਇੱਕ ਛਿੰਝ ਦੀ ਤਰ੍ਹਾਂ ਹੈ, ਤੇ ਇਸ ਛਿੰਝ ਦੇ ਅੰਦਰ ਅਖਾੜਾ ਹੈ, ਮਲ ਅਖਾੜਾ ਹੈ। ਇਸ ਛਿੰਝ ਦੇ ਵਿੱਚ ਜਿਹੜਾ ਪਹਿਲਵਾਨ ਨੂੰ ਗੁਰੂ ਦੀ ਥਾਪੀ ਮਿਲਦੀ ਹੈ ਉਹ ਜਿੱਤ ਜਾਂਦਾ ਹੈ, ਤੇ ਉਹਦੀ ਖੜੀ ਮਾਲੀ ਇਸ ਸੰਸਾਰ ਦੇ ਅੰਦਰ ਬਣੀ ਰਹਿੰਦੀ ਹੈ। ਉਹਦੇ ਅੰਦਰ ਫਰਮਾਇਆ, ਕਹਿਣ ਲੱਗੇ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ ਦਈਓ ਬੈਠਾ ਵੇਖੈ। ਆਪ ਜੀਓ ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲਹਿੰਦੇ ਫੇਰੀਆਂ, ਨੇਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ। ਕੰਡ ਜੀਓ ਜਦੋਂ ਗੁਰੂ ਨੇ ਕੰਡ ਦੇ ਉੱਪਰ ਥਾਪੀ ਦਿੱਤੀ, ਨਿਦਰ ਮੇਰ ਬਖਸ਼ਿਸ਼ ਕੀਤੀ, ਜੀਵਨ ਦੀ ਬਾਜੀ ਉਸ ਵੇਲੇ ਜਿੱਤ ਗਏ ਗੁਰਮੁਖੋ। ਸਤ ਸੰਗੀ ਜਣੋ, ਜਦੋਂ ਮਿਹਰ ਹੁੰਦੀ ਹੈ ਉਦੋਂ ਕੋਈ ਇਹ ਗੁਣ ਧਾਰਨ ਕਰਦਾ ਹੈ, ਇਹਨਾਂ ਗੁਣਾਂ ਨੂੰ ਧਾਰਨ ਕਰਕੇ ਉਹ ਜੀਵਨ ਦੀ ਬਾਜੀ ਜਿੱਤਦਾ ਹੈ। ਸੋ ਇਹ ਸੀ ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਉਹ ਪਰਮਾਤਮਾ ਦੀ ਨਜ਼ਰ ਦੇ ਵਿੱਚ ਪ੍ਰਸੰਨ ਹੋ ਜਾਂਦੇ ਨੇ। ਬੇਨਤੀਆਂ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਉਪਦੇਸ਼ ਗੁਰੂ ਦਾ ਜਾਣਦੇ ਹਿਰਦੇ ਦੇ ਵਿੱਚ ਵਸਾ ਲੈਣਾ। ਫਿਰ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।